ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼, ਰਹਿਮਤ ਤੇ ਦਇਆ ਦੇ ਸਦਕਾ ਵਾਹਿਗੁਰੂ ਜੀ ਨੇ ਗੁਰਮੁਖਾਂ ਦੇ ਰਾਹੀਂ ਸਮੂਹ ਪਰਿਵਾਰ ਤੇ ਕਿਰਪਾ ਕੀਤੀ। ਸਮੂਹ ਪਰਿਵਾਰ ਨੂੰ ਗੁਰਬਾਣੀ ਨੂੰ ਸਮਝਣ ਦਾ ਤੇ ਵਿਚਾਰਨ ਦਾ ਉਦਮ ਬਖਸ਼ਿਆ। ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ। ਸ਼ਬਦ ਮਹੱਲਾ ਪਹਿਲਾ। ਧੰਨ ਗੁਰੂ ਨਾਨਕ। ਗੁਰੂ ਨਾਨਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਵਾਇਨ ਚੇਲੇ ਨੱਚਣ ਗੁਰ। ਵਾਇਨ ਸਾਜ਼ ਵਜਾਉਣੇ, ਵੀ ਜੋ ਚੇਲੇ ਆ ਉਹ ਸਾਜ਼ ਵਜਾਉਂਦੇ ਆ ਤੇ ਗੁਰੂ ਨੱਚਦੇ ਆ। ਇਸ ਸ਼ਬਦ ਵਿੱਚ, ਜਿਵੇਂ ਪਿਛਲੇ ਸ਼ਬਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਜੋ ਗੰਮੀ ਰਾਸ ਮਹਾਰਾਜ ਨੇ ਦਰਸ਼ਨ ਕਰਾਏ ਸੀ, ਵੀ ਜੋ ਸਦਾ ਹੀ ਪੈ ਰਹੀ ਹੈ ਇਹ ਜੀਵ, ਤੂੰ ਉਸ ਦੇ ਦਰਸ਼ਨ ਕਰ। ਇਸ ਸ਼ਬਦ ਦੇ ਵਿੱਚ ਜੋ ਰਾਸ ਪਾਉਣ ਦਾ ਉਦੋਂ ਪ੍ਰਥਾ ਚੱਲਦੀ ਸੀ, ਉਹ ਸਤਿਗੁਰੂ ਜੀ ਦੱਸਦੇ ਆ ਵੀ ਉਹ ਕਿਸ ਤਰ੍ਹਾਂ ਰਾਸ ਪਾਉਂਦੇ ਸੀ। ਵੀ ਚੇਲੇ ਸਾਜ਼ ਵਜਾਉਂਦੇ ਸੀ ਤੇ ਗੁਰੂ ਉਹਨਾਂ ਦੇ ਨੱਚਦੇ ਸੀ। ਤੇ ਪੈਰ ਹਲਾਇਨ ਫੇਰਨ ਸਿਰ, ਜੋ ਰਾਸ ਪਾਉਂਦੇ ਸੀ ਉਹ ਪੈਰਾਂ ਨੂੰ ਹਿਲਾਉਂਦੇ ਸੀ ਤੇ ਸਿਰ ਨੂੰ ਐਂ ਘੁਮਾਉਂਦੇ ਸੀ। ਉੱਡ ਉੱਡ ਰਾਵਾ ਝਾਟੇ ਪਾਏ, ਜਦੋਂ ਉਹ ਕੱਚੀ ਜਗ੍ਹਾ ਤੇ ਗਾਉਂਦੇ ਸੀ, ਪੈਰਾਂ ਨੂੰ ਹਿਲਾਉਂਦੇ ਸੀ ਤਾਂ ਜਿਹੜੀ ਸੀ ਰਾਵਾ, ਧੂੜ, ਮਿੱਟੀ ਘੱਟਾ, ਉਹ ਉੱਡਦਾ ਸੀ। ਝਾਟੇ ਪਾਏ ਉਹਨਾਂ ਦੇ ਸਿਰ ਦੇ ਵਾਲਾਂ 'ਚ, ਉਹਨਾਂ ਦੇ ਸਿਰ ਦੇ ਵਾਲਾਂ 'ਚ ਹੀ ਪਈ ਜਾਂਦਾ ਸੀ। ਤੇ ਸਾਰਾ ਕੁਛ ਦਾ ਸੀਨ ਦੇਖ ਕੇ ਜਿਹੜੇ ਲੋਕ ਦੇਖਣ ਆਉਂਦੇ ਸੀ ਉਹ ਹੱਸਦੇ ਸੀ, ਬਹੁਤ ਖੁਸ਼ ਹੁੰਦੇ ਸੀ। ਤੇ ਘਰੇ ਜਾ ਕੇ ਵੀ ਉਹਨਾਂ ਦੀਆਂ ਉਹ ਸਾਰੀਆਂ ਰਾਸ ਪਾਉਣ ਦਾ ਸਾਰਾ ਢੰਗ ਦੇਖ ਕੇ ਉਹ ਵੇਖੇ ਲੋਕ ਹੱਸੇ ਕਰ ਜਾਏ। ਘਰੇ ਜਾ ਕੇ ਉਹਨਾਂ ਦੀਆਂ ਗੱਲਾਂ ਕਰਦੇ ਸੀ ਤੇ ਉਹਨਾਂ ਦੇ ਉੱਤੇ ਹੱਸਦੇ ਸੀ। ਤੇ ਰੋਟੀਆਂ ਕਾਰਨ ਪੂਰੇ ਤਾਲ, ਤੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਵੀ ਇਹ ਜੋ ਸਾਰਾ ਉਹ ਰਾਸ ਪਾਉਂਦੇ ਆ, ਇਹ ਰੋਟੀਆਂ ਕਾਰਨ, ਜਿੰਨੇ ਉਹ ਤਾਲ ਪੂਰਦੇ ਆ, ਇਹ ਰੋਟੀ ਦੀ ਖਾਤਰ, ਰੋਜੀ ਰੋਟੀ ਦੀ ਖਾਤਰ ਉਹ ਨੱਚਦੇ ਆ। ਸਾਰਾ ਜੋ ਕਰਦੇ ਆ ਇਹ ਰੋਟੀ ਦੀ ਖਾਤਰ ਕਰਦੇ ਆ। ਆਪ ਪਛਾੜੇ ਧਰਤੀ ਨਾਲ, ਉਹ ਆਪਣੇ ਸਰੀਰ ਨੂੰ ਧਰਤੀ ਨਾਲ ਪੁਆਟਣੀ ਦਿੰਦੇ ਸੀ ਤੇ ਜ਼ਮੀਨ ਤੇ ਉਹ ਪਟਕਾਉਂਦੇ ਸੀ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਉਹ ਜੋ ਰਾਸ ਗਾਉਣ ਵਾਲੇ ਸੀ ਉਹ ਗੋਪੀਆਂ ਦੇ ਸਾਂਗ ਬਣਾ ਕੇ, ਕ੍ਰਿਸ਼ਨ ਦੇ ਸਾਂਗ ਬਣਾ ਕੇ ਉਹਨਾਂ ਦੀਆਂ ਉਹ ਉਸ ਢੰਗ ਨਾਲ ਨੱਚਦੇ ਸੀ। ਤੇ ਸੀਤਾ ਜੀ ਤੇ ਰਾਮ ਜੀ ਦਾ ਵੀ ਉਹ ਸਰੂਪ ਬਣਾ ਕੇ ਤੇ ਉਹਨਾਂ ਦੇ ਉਹ ਕਹਾਣੀਆਂ ਦੀ ਤਰ੍ਹਾਂ ਉਹ ਸਾਰੇ ਜਿਹੜੇ ਆ ਰਾਸ ਵਾਲੇ ਨੱਚਦੇ ਸੀ। ਉਹ ਰਾਜਿਆਂ ਦਾ, ਰਾਮ ਜੀ ਦਾ ਸਾਂਗ ਬਣਾ ਕੇ ਨੱਚਦੇ ਸੀ ਤੇ ਸੀਤਾ ਜੀ ਦਾ ਵੀ ਰੂਪ ਬਣਾਉਂਦੇ ਸੀ, ਨਾਲੇ ਨੱਚਦੇ ਸੀ। ਤੇ ਨਿਰਭਉ ਨਿਰੰਕਾਰ ਸਚ ਨਾਮ, ਜਾਂ ਕਾ ਕੀਆ ਸਗਲ ਜਹਾਨ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਸਮਝਾਉਂਦੇ ਆ ਵੀ ਉਹ ਜੋ ਰਾਸ ਪਾਉਂਦੇ ਆ, ਉਹ ਸਾਰਾ ਇਹ ਜੋ
ਨੱਚਦੇ ਆ, ਗੁਰੂ ਉਹਨਾਂ ਦੇ ਤੇ ਚੇਲੇ ਆ ਜਿਹੜੇ ਸਾਜ਼ ਵਜਾਉਂਦੇ ਆ। ਬਈ ਨਿਰਭਉ ਨਿਰੰਕਾਰ ਸੱਚ ਨਾਮ, ਵੀ ਸੱਚਾ ਨਾਮ ਤਾਂ ਉਹ ਨਿਰਭਉ ਨਿਰਾਕਾਰ ਆ, ਜਿਹੜਾ ਭਉ ਤੋਂ ਰਹਿਤ ਆ, ਆਕਾਰ ਤੋਂ ਰਹਿਤ ਆ। ਵਾਹਿਗੁਰੂ ਜੀ ਉਹਦਾ ਨਾਮ ਹੀ ਸੱਚਾ। ਤੇ ਜਿਹਨੇ ਸਾਰਾ ਜਹਾਨ, ਸਾਰੀ ਲਕਾਈ, ਸਾਰਾ ਸੰਸਾਰ ਜਿਹਨੇ ਬਣਾਇਆ, ਜਿਹਦੇ ਤੋਂ ਉਤਪੰਨ ਹੋਇਆ, ਜਿਹਦੇ ਤੋਂ ਪ੍ਰਗਟ ਹੋਇਆ, ਉਹਦਾ ਨਾਮ ਹੀ ਸੱਚਾ ਆ। ਉਹ ਨਾਮ ਹੀ ਜੀਵ ਨੂੰ ਸੁਣਨਾ, ਜਪਣਾ ਚਾਹੀਦਾ ਆ। ਬਈ ਇਹ ਜੋ ਕਾਰਜ ਕਰਦੇ ਆ, ਇਹ ਨਿਹਫਲ ਕਾਰਜ ਕਰਦੇ ਆ, ਜੋ ਰਾਸ ਪਾਉਂਦੇ ਆ। ਵੀ ਅਸਲੀ ਤਾਂ ਉਹ ਨਿਰਭਉ ਨਿਰੰਕਾਰ ਸੱਚ ਨਾਮ ਆ, ਵੀ ਜਿਹਨੇ ਸਾਰਾ ਸੰਸਾਰ ਬਣਾਇਆ। ਰਾਮ ਜੀ, ਕ੍ਰਿਸ਼ਨ ਜੀ ਵੀ ਉਹਦੇ ਭੇਜੇ ਹੋਏ ਆਏ ਆ। ਤੇ ਇਹ ਅਸਲੀ ਸੱਚਾ ਨਾਮ ਆ। ਉਸ ਨਾਮ ਨੂੰ ਦ੍ਰਿੜ ਕਰਨਾ ਚਾਹੀਦਾ, ਉਸ ਨਾਮ ਨੂੰ ਜਪਣਾ ਚਾਹੀਦਾ, ਉਸ ਨਾਮ 'ਚ ਧਿਆਨ ਲਾਉਣਾ ਚਾਹੀਦਾ। ਸਤਿਗੁਰੂ ਜੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਆ। ਸੇਵਕ ਸੇਵੈ ਕਰਮ ਚੜਾਓ, ਸੇਵਕ ਸੇਵੈ। ਸੇਵਕ ਉਹੀ ਸੇਵਕ ਸੇਵਦੇ ਆ ਜਿਨ੍ਹਾਂ ਦੇ ਉੱਤੇ ਗੁਰੂ ਪਿਤਾ ਜੀ, ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਆ। ਉਹਨਾਂ ਦੀ ਸੁਰਤ ਆ ਜਿਹੜੀ ਤਿੰਨਾਂ ਤੋਂ ਪਾਰ ਕਰਕੇ ਚੌਥੇ 'ਚ ਲੈ ਜਾਂਦੇ ਆ। ਚੜਾਓ ਵੀ ਤਿੰਨਾਂ ਤੋਂ ਪਾਰ ਕਰਕੇ ਚੜਾਓ 'ਚ ਕਰ ਦਿੰਦੇ ਆ, ਉੱਚੀ ਕਰ ਦਿੰਦੇ ਆ। ਇੱਕ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਸਮਝ ਬਖਸ਼ਦੇ ਸੀ, ਜਿਵੇਂ ਖਾਲਸਾ ਜੀ ਸਮਝਾਉਂਦੇ ਹੁੰਦੇ ਆ ਵੀ ਸੇਵਕ ਸੇਵਾ। ਕਿਉਂਕਿ ਜੋ ਸੇਵਣਾ, ਇਹ ਸੇਵਾ ਵੀ ਹੈ ਤੇ ਸਿਮਰਨ ਕਰਨਾ ਵੀ। ਜੋ ਸਿਮਰਨ ਕਰਨੇ ਆ ਉਹ ਵੀ ਉਸ ਦੀ ਸੇਵਾ ਹੀ ਆ, ਨਿਰੰਕਾਰ ਦੀ। ਜਿਵੇਂ ਵਾਹਿਗੁਰੂ ਜੀ ਇੱਕ ਸ਼ਬਦ 'ਚ ਸਮਝਾਉਂਦੇ ਆ ਬਈ ਗੁਰ ਸੇਵਾ ਗੁਰ ਭਗਤ ਹੈ। ਵੀ ਤੁਸੀਂ ਉਸ ਨਿਰੰਕਾਰ ਦੀ ਜਦੋਂ ਉਹਦੀ ਭਗਤੀ ਕਰਦੇ ਹੋ ਤਾਂ ਉਹ ਵੀ ਉਸ ਦੀ ਸੇਵਾ ਆ। ਤੇ ਸਾਰੀ ਲਕਾਈ ਦੀ ਉਸ ਨੂੰ ਨਿਰੰਕਾਰ ਦਾ, ਉਸ ਸੱਚ ਦਾ ਰੂਪ ਜਾਣ ਕੇ, ਵੀ ਅਸਲੀਅਤ 'ਚ ਉਹ ਆਪ ਹੀ ਆ ਪਿਆਰਾ, ਸਾਰੇ ਰੂਪਾਂ 'ਚ ਪਸਰਿਆ ਹੋਇਆ। ਤੇ ਉਸ ਦਾ ਰੂਪ ਜਾਣ ਕੇ ਉਸ ਦੀ ਸੇਵਾ ਕਰਦੇ ਆ। ਜੋ ਇਹ ਸੇਵਾ ਸਿਮਰਨ ਕਰਦੇ ਆ ਤੇ ਇਸ ਲਕਾਈ ਦੀ ਸੇਵਾ ਕਰਦੇ ਆ, ਇਹ ਜਿਹੜੇ ਕਰਮ ਆ ਉਹਨੂੰ ਭੇਟਾ ਕਰਦੇ ਆ, ਚੜਾਓ। ਆਪਦੇ ਕਰਮ ਜੋ ਕਰਦੇ ਆ ਸੇਵਾ ਸਿਮਰਨ ਦੇ, ਵੀ ਉਹ ਗੁਰੂ ਪਿਤਾ ਜੀ ਨੂੰ ਭੇਟਾ ਕਰ ਦਿੰਦੇ ਆ, ਗੁਰੂ ਜੀ ਨੂੰ ਜਾ ਕੇ। ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਭਿੰਨੀ ਰਹਿਣ। ਜਿਹੜੀ ਰਹਿਣ ਆ ਇੱਥੇ ਜ਼ਿੰਦਗੀ ਰੂਪੀ ਜਿਹੜੀ ਜੀਵਨ ਆ, ਉਹਨੂੰ ਵੀ ਰਹਿਣ ਮਹਾਰਾਜ ਨੇ ਬਹੁਤ ਜਗ੍ਹਾ ਸਮਝਾਇਆ ਵੀ ਉਹ ਜ਼ਿੰਦਗੀ ਰੂਪੀ ਰਾਤ ਆ ਜਿਹੜੀ ਉਹਨਾਂ ਦੀ, ਉਹ ਚਾਓ ਦੀ ਤੇ ਬਹੁਤ ਸ਼ਾਂਤੀ, ਜਿਵੇਂ ਰਾਤ ਨੂੰ ਸ਼ਾਂਤੀ ਹੁੰਦੀ ਆ ਤੇ ਤਰੇਲ ਭਿੱਜੀ ਹੁੰਦੀ ਆ, ਤੇ ਇਸ ਤਰ੍ਹਾਂ ਉਹਨਾਂ ਦਾ ਮਨ ਆ ਜਿਹੜਾ ਉਸ ਪਿਆਰੇ ਦੇ ਰੰਗ ਨਾਲ, ਉਸ ਪਿਆਰੇ ਦਾ ਰੰਗ ਚੜ ਜਾਂਦਾ, ਉਹਦੇ 'ਚ ਭਿੱਜ ਜਾਂਦਾ ਉਹਨਾਂ ਦਾ ਮਨ। ਤੇ ਬੜੀ ਸ਼ਾਂਤੀ ਤੇ ਆਨੰਦ ਤੇ ਸਦਾ ਚਾਓ, ਸਦਾ ਉਹਨਾਂ ਦੇ ਮਨ ਦੇ ਵਿੱਚ ਖੜਾਓ ਬਣਿਆ ਰਹਿੰਦਾ। ਉਸ ਪਿਆਰੇ ਦੀ ਯਾਦ ਲਗਾਤਾਰ ਮਿੱਠੀ ਮਿੱਠੀ ਚੱਲੀ ਜਾਂਦੀ ਆ। ਤੇ ਇਸ ਨਾਲ ਉਹਨਾਂ ਦੇ ਮਨ 'ਚ ਸਦਾ ਉਸ ਪਿਆਰੇ ਦਾ ਚਾਓ ਤੇ ਖੜਾਓ 'ਚ ਰਹਿੰਦੇ ਆ ਸਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਕੀ ਸਿੱਖਿਆ, ਕੀ ਤੋਂ ਸਿੱਖਿਆ ਲੈਂਦੇ ਆ? ਸਿੱਖ ਆ ਜਿਹੜੇ ਉਹ ਗੁਰੂ ਤੋਂ ਸਿੱਖਿਆ ਲੈਂਦੇ ਆ। ਗੁਰੂ ਦੇ ਸ਼ਬਦ ਦੇ ਵਿੱਚ ਜੋ ਗੁਰੂ ਜੀ ਬਖਸ਼ਿਸ਼ ਕਰਦੇ ਆ, ਉਸ ਦੀ ਵਿਚਾਰ ਕਰਦੇ ਆ, ਉਸ ਤੋਂ ਸਿੱਖਿਆ ਲੈ ਕੇ ਉਸ ਤੇ ਚੱਲਣ ਦੀ, ਉਸ ਨੂੰ ਸਤ ਕਰਕੇ ਮੰਨਣ ਦੀ ਕੋਸ਼ਿਸ਼ ਕਰਦੇ ਆ। ਗੁਰੂ ਦੀ ਜੋ ਗੁਰੂ ਪਿਤਾ ਜੀ ਹੁਕਮ ਕਰਦੇ ਆ। ਨਦਰੀ ਕਰਮ ਲੰਘਾਏ ਪਾਰ,
ਨਦਰੀ ਕਰਮ। ਵਾਹਿਗੁਰੂ ਜੀ ਬਖਸ਼ਿਸ਼ ਰੂਪੀ ਨਦਰ ਕਰਦੇ ਆ, ਜਿਸ ਦੇ ਨਾਲ ਇਹ ਸਿੱਖ ਨੂੰ, ਇਹ ਜੀਵ ਨੂੰ ਸਮੁੰਦਰ ਸਾਗਰ ਤੋਂ ਪਾਰ ਲੰਘਾ ਦਿੰਦੇ ਆ। ਕੋਲੂ ਚਰਖਾ ਚੱਕੀ ਚੱਕ। ਕੋਲੂ ਜਿਹੜਾ ਆਪਾਂ ਤੇਲ, ਜਿਵੇਂ ਸਰੋਂ ਪਾ ਕੇ ਤੇਲ ਕੱਢਦੇ ਆ, ਜਿਹਦਾ ਤੇਲ ਕੱਢਦੇ ਆ, ਜੇ ਕੋਈ ਵੀ ਤੇਲ ਕੱਢਦੇ ਆ ਉਹ ਕੋਲੂ ਦੁਆਰਾ ਹੀ ਨਿਕਲਦਾ। ਕੋਲੂ, ਉਸ ਨੂੰ ਕੋਲੂ ਕਹਿ ਦਿੰਦੇ ਆ। ਚਰਖਾ ਜਿਹਦੇ ਦੁਆਰਾ ਰੂੰ ਕੱਤ ਕੇ ਕੱਤੀ ਜਾਂਦੀ ਆ, ਉਹ ਚਰਖਾ ਆ। ਚੱਕੀ ਆ ਜਿਹਦੇ ਦੁਆਰਾ ਆਪਾਂ ਆਟਾ ਪੀਂਦੇ ਆ, ਉਹਨੂੰ ਚੱਕੀ ਕਹਿ ਦਿੰਦੇ ਆ। ਚੱਕ ਜਿਹਦੇ ਦੁਆਰਾ ਇੱਕ ਵੱਡਾ ਸਾਰਾ ਪਹੀਆ ਹੁੰਦਾ, ਜਿਹਦੇ ਦੁਆਰਾ ਮਿੱਟੀ ਦੇ ਭਾਂਡੇ ਆ ਜਿਹੜੇ ਇਹ ਬਣਾਏ ਜਾਂਦੇ ਆ, ਉਹਨੂੰ ਚੱਕ ਕਹਿ ਦਿੰਦੇ ਆ। ਤੇ ਮਹਾਰਾਜ ਜੀ ਇੱਥੇ ਨਾ ਇਹ ਸਾਰੀਆਂ ਚੀਜ਼ਾਂ ਘੁੰਮਣ ਵਾਲੀਆਂ ਦਾ ਜ਼ਿਕਰ ਕਰਦੇ ਆ, ਵੀ ਕੋਲੂ ਵੀ ਘੁੰਮਦਾ ਆ, ਚਰਖਾ ਵੀ ਘੁੰਮਦਾ ਆ, ਚੱਕੀ ਵੀ ਘੁੰਮੀ ਜਾਂਦੀ ਆ, ਚੱਕ ਵੀ ਸਦਾ ਜਿੰਨਾ ਚਿਰ ਉਹ ਤੋਂ ਉਹ ਬਣਾਉਂਦੇ ਆ ਉਹ ਘੁੰਮਦਾ ਆ। ਥਲ ਵਾਰੋਲੇ ਬਹੁਤ ਆਨੰਤ। ਜਿੱਥੇ ਟਿੱਬੇ ਹੁੰਦੇ ਆ, ਖਾਲੀ ਖਲਾ ਮਿੱਟੀ ਆ, ਉੱਥੇ ਉਹ ਮੈਦਾਨਾਂ ਦੇ ਵਿੱਚ ਵਰ ਵਰੋਲੇ ਆਉਂਦੇ ਆ। ਜਿਹੜੀ ਮਿੱਟੀ ਆ ਉਨੀ ਜਗ੍ਹਾ ਦੇ ਵਿੱਚ ਬਹੁਤ ਘੁੰਮਦੀ ਆ, ਉਹ ਵੀ ਗੋਲ ਗੋਲ ਘੁੰਮਦੀ ਆ। ਲਾਟੂ ਮਾਧਾਣੀਆਂ ਅਨਗਾ। ਲਾਟੂ ਆ ਜਿਹੜਾ ਜਿਹਦੇ ਨਾਲ ਖੇਡਦੇ ਆ ਬੱਚੇ, ਉਹ ਵੀ ਘੁੰਮਦਾ, ਬਹੁਤ ਜ਼ਿਆਦਾ ਘੁੰਮਦਾ। ਮਧਾਣੀਆਂ ਵੀ ਦੇਖੋ ਘੁੰਮਦੀਆਂ ਨੇ। ਅਨਗਾ, ਅੰਨ ਗਾਉਂਦੇ ਆ, ਜਦੋਂ ਕਣਕ ਗਾਉਂਦੇ ਆ, ਚੌਲ ਗਾਉਂਦੇ ਆ। ਗੁਰੂ ਨਾਨਕ ਪਾਤਸ਼ਾਹ ਵੇਲੇ ਉਸ ਤੋਂ ਬਾਅਦ ਵੀ ਦੇਖਿਆ, ਉਹ ਚੌਲਾਂ ਨੂੰ ਕੱਟ ਕੇ ਥੱਲੇ ਰੱਖ ਲੈਂਦੇ ਆ, ਉੱਪਰ ਬੌਲਦ ਤੇ ਆਪ ਉਹਨੂੰ ਗੋਲ ਗੋਲ ਉਹਦੇ ਤੇ ਘੁੰਮੀ ਜਾਂਦੇ ਆ। ਫਿਰ ਜਿਹੜੇ ਦਾਣੇ ਹੁੰਦੇ ਆ ਉਹ ਥੱਲੇ ਰਹਿ ਜਾਂਦੇ ਆ, ਉੱਪਰ ਉੱਪਰ ਜਿਹੜਾ ਖਾਲੀ ਫੂਸ ਆ ਉਹ ਉੱਪਰ ਉੱਪਰ ਰਹਿ ਜਾਂਦਾ। ਉਸ ਨਾਲ ਫਿਰ ਬਾਅਦ 'ਚ ਉਹਨੂੰ ਉੱਪਰੋਂ ਪਰੇ ਕਰਕੇ ਜਿਹੜੇ ਦਾਣੇ ਆ ਉਹ ਚੁਗ ਲੈਂਦੇ ਆ। ਉਹਨੂੰ ਅੰਨ ਗਾਉਣ ਕਹਿੰਦੇ ਆ, ਅਨਗਾ। ਪੰਖੀ ਭੌਂਦੀਆਂ ਲੈਣ ਨਾ ਸਾਹ। ਪੰਖੀ ਭੌਂਦੇ ਆ ਬਈ, ਕਈ ਜਿਹੜੇ ਪਰਾਂ ਵਾਲੇ ਪੰਖੀ ਆ ਉਹ ਵੀ ਪਤਾ ਨਹੀਂ ਕਿੰਨਾ ਕੁ ਭੌਂਦੇ ਆ, ਉੱਡੀ ਜਾਂਦੇ ਆ, ਤੇ ਉਹ ਵੀ ਸਦਾ ਹੀ ਘੁੰਮਦੇ ਰਹਿੰਦੇ ਆ। ਸੂਏ ਚਾੜ ਭਵਾਈਐ ਜੰਤ। ਸੂਏ, ਸੂਲ ਦੇ ਉੱਤੇ ਕਈ ਵਾਰੀ ਇੱਕ ਸੀਖ ਦੇ ਉੱਤੇ ਨਾ ਟੰਗ ਲੈਂਦੇ ਆ, ਉਹ ਉਹਦੇ ਤੇ ਜੀਵ ਨੂੰ ਜਾਂ ਤੋਤਾ ਜਾਂ ਹੋਰ ਕਿਸੇ ਜੀਵ ਨੂੰ ਬਿਠਾਉਂਦੇ ਆ। ਉਹ ਜਿੱਧਰ ਜਾਂਦਾ ਦੂਸਰਾ ਉਹ ਜੀ ਨੀਵਾਂ ਹੋ ਜਾਂਦਾ, ਦੂਏ ਪਾਸੇ ਚਲੇ ਜਾਂਦਾ, ਫਿਰ ਉਹ ਦੂਆ ਨੀਵਾਂ ਹੋ ਜਾਂਦਾ। ਉਹ ਇਸ ਤਰ੍ਹਾਂ ਘੁੰਮੀ ਜਾਂਦੇ ਆ। ਨਾਨਕ ਭਾਉਂਦਿਆਂ ਗਣਤ ਨਾਨਤ। ਗੁਰੂ ਨਾਨਕ ਪਾਤਸ਼ਾਹ ਜੀ ਇਹ ਸਮਝਾਉਂਦੇ ਆ ਵੀ ਇਹ ਸਾਰੇ ਜੀਵ ਜੋ ਪਿੱਛੇ ਉਹਨਾਂ ਨੇ ਦੱਸੇ ਆ ਵੀ ਇਹ ਇੰਨਾ ਜ਼ਿਆਦਾ ਭਾਉਂਦੇ ਆ, ਇੰਨਾ ਜ਼ਿਆਦਾ ਘੁੰਮਦੇ ਆ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਅੰਤ ਹੀ ਆ ਇੰਨੇ, ਇਹ ਇੰਨੀ ਵਾਰੀ ਘੁੰਮਦੇ ਆ ਵੀ ਅੰਤ ਹੀ ਆ, ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇ ਬੰਧਨ ਬੰਦ ਭਵਾਏ ਸੋਏ। ਤੇ ਸਮਝਾਉਂਦੇ ਆ ਬਈ ਬੰਧਨ ਆਈ ਪ੍ਰਾਣੀ ਜਿਹੜੇ ਆ ਜੀਵ ਨੂੰ ਜੰਜਾਲਾਂ ਅੰਦਰ ਜਕੜੇ ਹੋਏ ਘੁੰਮੀ ਜਾਂਦੇ ਆ। ਜੀਵ ਜਿਹੜੇ ਬੰਧਨ ਬੰਦ ਭਵਾਏ, ਉਹ ਪਿਆਰੇ ਨੇ, ਉਹ ਪ੍ਰਾਣੀ ਜੋ ਜੰਜਾਲਾਂ ਅੰਦਰ ਜਕੜੇ ਹੋਏ ਘੁੰਮਦੇ ਆ। ਪਿਆ ਕਿਰਤ ਨੱਚੇ ਸਭ ਕੋਏ। ਉਹ ਆਪਦੇ ਕਰਮਾਂ ਅਨੁਸਾਰ ਜੋ ਕਰਮ ਕੀਤੇ ਆ ਪਹਿਲਾਂ, ਉਹਨਾਂ ਅਨੁਸਾਰ ਉਹ ਪਈ ਹੋਈ ਦੇ ਮੁਤਾਬਕ ਜੋ ਕਰਮ ਕੀਤੇ ਸੀ ਉਹਨਾਂ ਮੁਤਾਬਕ ਉਹ ਘੁੰਮੀ ਜਾਂਦੇ ਆ,
ਕਰਮ ਨੂੰ ਕਰਦੇ ਵੀ ਬਾਰ-ਬਾਰ ਉਹੀ ਕਰਮ ਕਰੀ ਜਾਂਦੇ ਆ। ਤੇ ਇਸ ਤਰ੍ਹਾਂ ਜਿਵੇਂ ਪਿੱਛੇ ਰਾਸ ਪਾਉਣ ਵਾਲੇ ਨੱਚਦੇ ਸੀ, ਇਸ ਤਰ੍ਹਾਂ ਦੀ ਸਮਝ ਆਉਂਦੀ ਵੀ ਮਹਾਰਾਜ ਦੱਸਦੇ ਆ ਵੀ ਇਹ ਜੀਵ ਵੀ ਇੱਕ ਤਰ੍ਹਾਂ ਕਰਮ ਦੇ ਜੰਜਾਲ ਦੇ ਵਿੱਚ ਬੰਨਿਆ ਹੋਇਆ, ਵੀ ਇਹ ਨੱਚੀ ਜਾਂਦਾ, ਵਾਰ-ਵਾਰ ਉਹ ਨੱਚਦਾ ਫਿਰਦਾ। ਕੀਤੇ ਕਰਮ ਪਹਿਲੇ ਕਰਮ ਭੋਗਦਾ ਗਾਹਾਂ ਨੂੰ ਹੋਰ ਕਰੀ ਜਾਂਦਾ। ਇਹ ਸੰਸਾਰਾਂ ਇਹ ਕਰਮਾਂ ਅਨੁਸਾਰ ਉਹ ਨੱਚ ਰਿਹਾ ਇੱਕ ਤਰ੍ਹਾਂ ਦਾ। ਤੇ ਨੱਚ ਨੱਚ ਹੱਸੇ ਚੱਲੇ ਸੇ ਰੋਏ, ਪਰ ਉਹ ਜਿਹੜਾ ਸਾਰਾ ਆਏ ਨਹੀਂ ਮਹਿਸੂਸ ਕਰਦਾ ਵੀ ਮੈਂ ਇਹ ਕਰਮਾਂ ਦਾ ਬੰਨਿਆ ਹੋਇਆ ਜੰਜਾਲਾਂ ਦੇ ਵਿੱਚ ਇਹ ਸਾਰਾ ਘੁੰਮੀ ਜਾਂਦਾ ਆ। ਪਰ ਉਹ ਜਦੋਂ ਸਾਰਾ ਉਹ ਕਰਦਾ ਨੱਚ ਨੱਚ ਤੇ ਉਹ ਖੁਸ਼ ਬਹੁਤ ਹੁੰਦਾ। ਪਰ ਮਹਾਰਾਜ ਕਹਿੰਦੇ ਵੀ ਜਦੋਂ ਇਹ ਸਰੀਰ ਦਾ ਅੰਤ ਸਮਾਂ ਆਉਂਦਾ ਆ ਤਾਂ ਉਸ ਨੂੰ ਭੇਤ ਆਉਂਦਾ, ਫਿਰ ਉਦੋਂ ਉਹ ਰੋਂਦਾ ਜਾਂਦਾ ਆ ਇੱਥੋਂ, ਕਿਉਂਕਿ ਉਹ ਜਿਹੜਾ ਕਰਮ ਲਈ ਗੁਰੂ ਪਾਤਸ਼ਾਹ ਨੇ ਭੇਜਿਆ ਸੀ ਉਹ ਬੰਦਗੀ ਨਹੀਂ ਜੀਵ ਤੋਂ ਹੁੰਦੀ, ਜੀਵ ਨਹੀਂ ਕਰਦਾ, ਕਰਮਾਂ ਦਾ ਬੰਨਿਆ ਹੋਇਆ ਉਸ ਗੇੜੇ ਦੇ ਵਿੱਚ ਪਿਆ ਘੁੰਮੀ ਜਾਂਦਾ। ਤੇ ਉੱਡ ਨਾ ਜਾਈ ਸਿੱਧ ਨਾ ਹੋਏ, ਉਹ ਕਹਿੰਦੇ ਇਸ ਤਰ੍ਹਾਂ ਨਾਲ ਜਿਵੇਂ ਜਿਹੜੇ ਮਗਰ ਜੀਵ ਸਾਰੇ ਦੀ ਉਦਾਹਰਨ ਦਿੱਤੀ ਚੱਕੀ ਚੱਕ ਦੀ, ਸਾਰੇ ਕਾਸੇ ਦੀ ਮਹਾਰਾਜ ਨੇ ਵੀ ਉਹ ਘੁੰਮੀ ਜਾਂਦੇ ਆ। ਇਸ ਤਰ੍ਹਾਂ ਜਿਹੜਾ ਜੀਵ ਕਰਮਾਂ ਦਾ ਬੰਨਿਆ ਹੋਇਆ ਤੇ ਉਹ ਘੁੰਮੀ ਜਾਂਦਾ, ਉਹ ਘੁੰਮਣ ਦੇ ਨਾਲ ਮਹਾਰਾਜ ਕਹਿੰਦੇ ਬਈ ਉਹ ਉੱਡ ਨਾ ਜਾਈ, ਉਹ ਉੱਚਾ ਨਹੀਂ ਉੱਠਦਾ, ਤਿੰਨਾਂ ਤੋਂ ਪਾਰ ਨਹੀਂ ਹੁੰਦਾ। ਇਹ ਸੰਸਾਰ ਜਕੜਿਆ ਕਰਮਾਂ ਦਾ ਬੰਨਿਆ ਹੋਇਆ ਤੇ ਉੱਚਾ ਨਹੀਂ ਉੱਠਦਾ ਤੇ ਨਾ ਹੀ ਉਹ ਸਿੱਧ ਹੁੰਦਾ ਆ। ਸਿੱਧ ਦਾ ਭਾਵ ਆ ਵੀ ਉਹ ਪੂਰਨਤਾਈ ਚ ਨਹੀਂ ਜਾਂਦਾ ਆ, ਅਧੂਰਾ ਹੀ ਰਹਿੰਦਾ ਸਾਰਾ ਜੀਵਨ, ਪੂਰਨ ਪੁਰਸ਼ ਨਹੀਂ ਉਹ ਸਿੱਧ ਬਣਦਾ ਤੇ ਘੁੰਮਦਾ ਹੀ ਆ ਕਰਮਾਂ ਦਾ ਬੰਨਿਆ ਹੋਇਆ। ਤੇ ਨੱਚਣ ਕੁੱਦਣ ਮਨ ਕਾ ਚਾਓ, ਤੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਵੀ ਜਿਹੜਾ ਇਹ ਨੱਚਣ ਕੁੱਦਣ ਆ ਬਈ ਇਹ ਮਨ ਦਾ ਹੀ ਚਾਅ ਆ, ਮਨ ਦੀ ਹੀ ਖੁਸ਼ੀ ਆ। ਜਿਹੜਾ ਜੀਵ ਇਹ ਨੱਚਦਾ ਜਾਂ ਕੁੱਦਦਾ, ਜਾਂ ਪਿੱਛੇ ਰਾਸ ਪਾਉਣ ਵਾਲੇ ਨੱਚਦੇ ਸੀ, ਜਾਂ ਇੱਥੇ ਜੀਵ ਆ ਜਿਹੜਾ ਘੁੰਮੀ ਜਾਂਦਾ ਆ, ਨੱਚਣ ਕੁੱਦਣ ਵੀ ਇਹ ਸਾਰਾ ਮਨ ਦੇ ਚਾਅ ਕਰਕੇ ਹੀ ਆ। ਇਹ ਕੋਈ ਪ੍ਰੇਮ ਚ ਨਹੀਂ ਉਹ ਜਾਂਦਾ ਜੀਵ। ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਵੀ ਜਿਨ੍ਹਾਂ ਜੀਵਾਂ ਦੇ ਅੰਦਰ ਉਸ ਪਿਆਰੇ ਵਾਹਿਗੁਰੂ ਜੀ ਦਾ ਭਾਉ ਆ, ਡਰ ਆ, ਉਹਦੇ ਭੈ ਦੇ ਵਿੱਚ ਉਹ ਜ਼ਿੰਦਗੀ ਜਿਉਂਦੇ ਆ, ਵੀ ਉਹ ਹਰ ਪਲ ਸਾਨੂੰ ਦੇਖਦਾ ਆ। ਕਿਉਂਕਿ ਜੀਵ ਦੇ ਅੰਦਰ ਵੀ ਬਾਹਰ ਵੀ ਸਭ ਜੀਵਾਂ ਦੇ ਵਿੱਚ ਸਭ ਰੂਪਾਂ ਦੇ ਵਿੱਚ ਉਹ ਪਿਆਰਾ ਆਪ ਹੀ ਪਸਰਿਆ ਹੋਇਆ। ਉਹਦੇ ਭੈ 'ਚ ਨਹੀਂ ਜ਼ਿੰਦਗੀ ਜਿਉਂਦਾ ਉਹਨਾਂ ਚਿਰ ਉਸ ਪਿਆਰੇ ਨਾਲ ਉਹਦਾ ਪ੍ਰੇਮ ਨਹੀਂ ਪੈਂਦਾ, ਉਹਦੇ ਨਾਲ ਉਹਦੀ ਗੰਢ ਨਹੀਂ ਪੈਂਦੀ। ਪ੍ਰੇਮ ਨਾਲ ਹੀ ਮਿਲਾਪ ਹੋ ਸਕਦਾ, ਉਹ ਮਿਲਦਾ ਨਹੀਂ। ਕਿਉਂਕਿ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਲੱਗਦਾ ਵੀ ਜਦੋਂ ਅਸੀਂ ਕਿਸੇ ਜੀਵ ਤੋਂ ਡਰਦੇ ਹਾਂ ਜਾਂ ਕਿਸੇ ਤੋਂ ਇਨਸਾਨ ਤੋਂ ਡਰਦੇ ਹਾਂ ਤਾਂ ਉਹ ਔਗਣੇ ਆ ਡਰਨਾ, ਕਿਉਂਕਿ ਕੋਈ ਕਾਰਨ ਆ ਉਹਦੇ ਵਿੱਚ, ਕੋਈ ਸਾਡਾ ਲੋਭ ਆ ਜਾਂ ਕੁਛ ਨਾ ਕੁਛ ਸਾਡੇ ਅੰਦਰ ਕੋਈ ਮਾਇਆ ਦਾ ਕਾਣੇ ਆ ਵੀ ਜਿਹਦੇ ਤੋਂ ਭੈ ਭੀਤ ਆ ਅਸੀਂ ਵੀ ਤਾਂ ਡਰਦੇ ਆ। ਇਸ ਕਰਕੇ ਕਿਸੇ ਜੀਵ ਤੋਂ ਡਰਨਾ ਆ ਉਹ ਮਾਇਆ ਦੇ ਅਧੀਨ, ਉਹ ਔਗਣ ਆ। ਪਰ ਗੁਰੂ ਵਾਹਿਗੁਰੂ ਜੀ ਤੋਂ ਭੈ ਤੋਂ ਡਰਨਾ ਇਹ ਗੁਣ ਆ। ਇਸ ਤਰ੍ਹਾਂ ਸਮਝ ਲੱਗੀ ਆ, ਕਿਉਂਕਿ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ ਵੀ ਜਿਹੜਾ ਜਾਂ ਰਾਸ ਪਾਉਣ ਵਾਲੇ ਜਿਹੜੇ ਆ ਉਹ ਸੱਚੀ ਰਾਸ ਆ, ਜਿਹੜੀ ਨਾਨਕ ਨਿਰਭਉ ਨਿਰੰਕਾਰ ਆ, ਉਹਦੇ ਗੁਣ ਨਹੀਂ ਗਾਉਂਦੇ, ਉਹਦਾ ਨਾਮ ਨਹੀਂ ਜਪਦੇ ਤੇ ਉਹਦੇ ਭੈ 'ਚ ਨਹੀਂ ਰਹਿੰਦੇ। ਤੇ ਜੀਵ ਆ ਜਿਹੜਾ ਕਰਮਾਂ ਦਾ ਬੰਨਿਆ ਹੋਇਆ ਘੁੰਮੀ ਜਾਂਦਾ, ਨੱਚੀ ਜਾਂਦਾ ਤੇ ਉਹ ਬੜੇ ਚਾਅ ਨਾਲ ਨੱਚਦਾ। ਪਰ ਜਦੋਂ ਇਹ ਸਰੀਰ ਨੂੰ ਛੱਡ ਕੇ ਜਾਂਦਾ ਉਸ ਤੋਂ ਬਾਅਦ ਫਿਰ ਉਹਨੂੰ ਰੋਣਾ ਪੈਣਾ ਆ।
ਵੀ ਹੇ ਜੀਵ ਉਸ ਪਰਮਾਤਮਾ ਦੇ ਭੈ ਦੇ ਵਿੱਚ ਰਹਿ, ਤਾਂ ਕਿ ਤੇਰਾ ਉਸ ਨਾਲ ਪ੍ਰੀਤ ਪੈ ਜਾਵੇ, ਪ੍ਰੀਤ ਦੀ ਗੰਢ ਪ੍ਰੇਮ ਪੈ ਜਾਵੇ, ਤੇ ਸਰੀਰ ਦੇ ਵਿੱਚ ਰਹਿੰਦੇ ਰਹਿੰਦੇ ਉਸ ਨਾਲ ਤੇਰਾ ਮਿਲਾਪ ਹੋ ਜਾਵੇ। ਧੰਨ ਗੁਰੂ ਨਾਨਕ। ਇਸ ਸ਼ਬਦ ਦੀ ਵਿਚਾਰ ਕਰਦੇ ਹਾਂ, ਇਸ ਨੂੰ ਸਮਝਦੇ ਹਾਂ, ਬੇਅੰਤ ਭੁੱਲਾਂ ਹੋਈਆਂ। ਗੁਰੂ ਜੀ ਤੇ ਸੰਗਤ ਜੀ ਬਖਸ਼ਣ ਯੋਗ ਹੈ, ਬਖਸ਼ ਦੇਣਾ ਜੀ, ਅੱਗੇ ਨੂੰ ਸਮੱਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।